ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਫਜ਼ਲ ਗੁਰੂ ਨੂੰ ਫਾਂਸੀ ਦੇਣ ਤੋਂ ਬਾਅਦ ਹਫ਼ਤਾ ਲੰਘ ਗਿਆ ਹੈ। ਕਸ਼ਮੀਰ ਵਾਦੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਕਰਫਿਊ ਲੱਗਿਆ ਹੋਇਆ ਹੈ। ਕੁਝ ਸ਼ਹਿਰਾਂ ਵਿੱਚ ਕੁਝ ਛੋਟਾਂ ਦਿੱਤੀਆਂ ਗਈਆਂ ਸਨ, ਪਰ ਅਫਜ਼ਲ ਦਾ ਫਾਤਿਹਾ ਪੜ੍ਹਨ ਦੇ ਸੱਦੇ ਕਾਰਨ ਸਰਕਾਰ ਨੇ ਅੱਜ ਫਿਰ ਸਾਰੀ ਵਾਦੀ ਵਿੱਚ ਕਰਫਿਊ ਲਗਾਇਆ। ਅਫਜ਼ਲ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰਨ ਜਾਂ ਉਹਨਾਂ ਨੂੰ ਤਿਹਾੜ ਜੇਲ੍ਹ ਵਿੱਚ ਜਾ ਕੇ ਫਾਤਿਹਾ ਪੜ੍ਹਨ ਦੀ ਇਜਾਜ਼ਤ ਦੇਣ ਦੇ ਮਸਲੇ ਚਰਚਾ ਵਿੱਚ ਨੇ। ਇੱਕ ਪਾਸੇ ਹਰ ਕਾਰਵਾਈ ਦੀ ਕਾਨੂੰਨੀ ਵਿਆਖਿਆ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਨੂੰਨ ਵਿੱਚੋਂ ਹੀ ਗੁੰਜਾਇਸ਼ ਫਰੋਲਣ ਦਾ ਰੁਝਾਨ ਚੱਲ ਰਿਹਾ ਹੈ। ਅਫਜ਼ਲ ਦੀ ਫਾਂਸੀ ਖਿਲਾਫ ਅਤੇ ਪੱਖ ਵਿੱਚ ਦਿੱਤੀਆਂ ਜਾਂਦੀਆਂ ਦਲੀਲਾਂ ਵਿੱਚੋਂ ਕਸ਼ਮੀਰ ਕਦੇ ਵੀ ਗੈਰ ਹਾਜ਼ਰ ਨਹੀਂ ਰਿਹਾ। ਫਾਂਸੀ ਤੋਂ ਬਾਅਦ ਆਏ ਹਰ ਧਿਰ ਦੇ ਬਿਆਨਾਂ ਦਾ ਕੋਈ ਨਾ ਕੋਈ ਸਿਰਾ ਜੰਮੂ ਕਸ਼ਮੀਰ ਨਾਲ ਜੁੜ ਜਾਂਦਾ ਹੈ। ਸਮਾਜ ਸ਼ਾਸਤਰੀ ਨੰਦਨੀ ਸੁੰਦਰ ਨੇ ਲਿਖਿਆ, ਜਦੋਂ ਕਸ਼ਮੀਰੀ ਇਹ ਕਹਿੰਦੇ ਨੇ ਕਿ ਉਹ ਭਾਰਤ ਦਾ ਹਿੱਸਾ ਨਹੀਂ ਹਨ ਤਾਂ ਉਹ ਉਸੇ ਤੱਥ ਦੀ ਤਸਦੀਕ ਕਰਦੇ ਨੇ ਜੋ ਭਾਰਤ ਵਿੱਚ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਜਦੋਂ ਸਿਆਸਤਦਾਨਾਂ ਦਾ ਇੱਕ ਤਬਕਾ ਤੇ ਮੀਡੀਆ ਅਫਜ਼ਲ ਦੀ ਫਾਂਸੀ ਤੋਂ ਬਾਅਦ ਭਾਰਤੀਆਂ ਦੀ ਖੁਸ਼ੀ ਦਾ ਰਾਗ ਅਲਾਪਦਾ ਹੈ ਤਾਂ ਇਸ ਦੇ ਕੀ ਮਾਇਨੇ ਨੇ? ਦਿੱਲੀ ਵਿੱਚ ਪੜ੍ਹਾਉਂਦੀ ਨੰਦਨੀ ਸੁੰਦਰ ਦੇ ਲੇਖ ਦੀਆਂ ਇਹਨਾਂ ਸਤਰਾਂ ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਿਆਨ ਨਾਲ ਜੋੜ ਕੇ ਵੇਖਿਆ ਜਾਣਾ ਬਣਦਾ ਹੈ। ਉਹਨਾਂ ਕਿਹਾ ਹੈ ਕਿ ਸਾਨੂੰ ਪਸੰਦ ਹੋਵੇ ਜਾਂ ਨਾ, ਪਰ ਕਸ਼ਮੀਰੀ ਨੌਜਵਾਨ ਆਪਣੇ ਆਪ ਨੂੰ ਅਫਜ਼ਲ ਨਾਲ ਜੋੜ ਕੇ ਵੇਖਦੇ ਨੇ, ਕਿਉਂਕਿ ਮਕਬੂਲ ਭੱਟ ਦਾ ਇੱਕ ਨਾਮ ਸੀ ਪਰ ਅਫਜ਼ਲ ਚਿਹਰਾ ਹੈ। ਜੰਮੂ ਤੋਂ ਛਪਦੇ ਕਸ਼ਮੀਰ ਟਾਈਮਜ਼ ਨੇ ਅੱਜ ਆਪਣੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਖੁਫੀਆ ਢੰਗ ਨਾਲ ਅਫਜ਼ਲ ਨੂੰ ਦਿੱਤੀ ਫਾਂਸੀ ਦੇ ਬਹੁਤ ਸਾਰੀ ਪੱਖ ਤਾਂ ਹੱਲੇ ਸਾਹਮਣੇ ਆਉਣਗੇ, ਪਰ ਵਿਉਂਤਬੰਦੀ ਤੇ ਫਾਂਸੀ ਦੇਣ ਨਾਲ ਜੁੜੇ ਹਾਲਾਤ ਦੀ ਪੇਚੀਦਗੀ ਕੁਝ ਟੇਢੇ ਇਸ਼ਾਰਿਆਂ ਨਾਲ ਸਾਹਮਣੇ ਆ ਰਹੀ ਹੈ। ਕਸ਼ਮੀਰ ਟਾਈਮਜ਼ ਨੇ ਇਸ ਦਲੀਲ ਦੇ ਪੱਖ ਵਿੱਚ ਪ੍ਰਧਾਨ ਮੰਤਰੀ ਵੱਲੋਂ ਗ੍ਰਹਿ ਮੰਤਰਾਲੇ ਦੀ ਇਸ ਮਾਮਲੇ ਨਾਲ ਜੁੜੀ ਕਾਰਗੁਜ਼ਾਰੀ ਉੱਤੇ ਜ਼ਾਹਰ ਕੀਤੇ ਅਫਸੋਸ ਦਾ ਜ਼ਿਕਰ ਕੀਤਾ ਹੈ। ਇਸ ਦੌਰਾਨ ਕਸ਼ਮੀਰ ਦਾ ਤਕਰੀਬਨ ਹਰ ਸਿਆਸਤਦਾਨ ਕਹਿ ਰਿਹਾ ਹੈ ਕਿ ਭਾਰਤੀ ਮੀਡੀਆ ਕਸ਼ਮੀਰ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਰਿਹਾ। ਕੁੱਲ ਮਿਲਾ ਕੇ ਬੇਭਰੋਸਗੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮਾਹੌਲ ਵਿੱਚ ਅਫਜ਼ਲ ਦੀ ਲਾਸ਼ ਪਰਿਵਾਰ ਦੇ ਹਵਾਲੇ ਕੀਤੇ ਜਾਣ ਜਾਂ ਉਸ ਨੂੰ ਤਿਹਾੜ ਜੇਲ੍ਹ ਵਿੱਚ ਫਾਤਿਹਾ ਪੜ੍ਹਨ ਦੀ ਇਜਾਜ਼ਤ ਦੇਣ ਦਾ ਮਸਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਕਸ਼ਮੀਰ ਵਿੱਚ ਅਫਜ਼ਲ ਦੇ ਨਾਂ ਦੀ ਸਿੱਲ ਮਕਬੂਲ ਭੱਟ ਦੇ ਨਾਂ ਦੀ ਸਿੱਲ ਦੇ ਲਾਗੇ ਕਬਰਿਸਤਾਨ ਵਿੱਚ ਲਗਾ ਦਿੱਤੀ ਗਈ ਹੈ। ਸਵਾਲ ਇਹ ਹੈ ਕਿ ਕੀ ਇਹਨਾਂ ਹਾਲਾਤ, ਅਹਿਸਾਸ ਤੇ ਦਾਅਵੇਦਾਰੀਆਂ ਨੂੰ ਅਸੀਂ ਤੇ ਤੁਸੀਂ ਦੀ ਬੋਲੀ ਵਿੱਚ ਸਮਝਿਆ ਜਾ ਸਕਦਾ ਹੈ? ਜਿਸ ਮਾਹੌਲ ਵਿੱਚ ਅੰਨੀ ਦੇਸ਼ ਭਗਤੀ ਤੇ ਬੇਭਰੋਸਗੀ ਦਾ ਬੋਲਬਾਲਾ ਹੋਵੇ, ਉੱਥੇ ਆਮ ਤੌਰ ਉੱਤੇ ਦਲੀਲ ਫਿੱਕੀ ਪੈ ਜਾਂਦੀ ਹੈ। ਕੁਝ ਵੀ ਹੋਵੇ, ਕਿਸੇ ਵੀ ਮਸਲੇ ਨੂੰ ਦਲੀਲ ਤੋਂ ਬਿਨਾਂ ਨਹੀਂ ਸੁਲਝਾਇਆ ਜਾ ਸਕਦਾ। ਮੌਜੂਦਾ ਮਾਹੌਲ ਵਿੱਚ ਟੈਲੀਵਿਜ਼ਨ ਦੀਆਂ ਬਹਿਸਾਂ ਵੀ ਸਵਾਲਾਂ ਦੇ ਘੇਰੇ ਵਿੱਚ ਨੇ। ਇਲਜ਼ਾਮ ਲੱਗ ਰਹੇ ਨੇ ਕਿ ਸਨਸਨੀ ਫੈਲਾਈ ਜਾ ਰਹੀ ਹੈ। ਆਪਾਂ ਵੀ ਉਪਰਾਲਾ ਕਰਕੇ ਵੇਖਦੇ ਹਾਂ ਕਿ ਮੁੱਦੇ ਨੂੰ ਦਲੀਲ ਨਾਲ ਸਮਝਿਆ ਜਾਏ। ਜੇ ਗੱਲ ਕਿਸੇ ਤਣਪਤਣ ਨਾ ਲੱਗੇ ਤਾਂ ਤੁਸੀਂ ਜ਼ਿਆਦਾ ਉੱਚੀ ਬੋਲੀ ਗਈ ਜਾਂ ਅੱਧੀ ਰਹਿ ਗਈ ਗੱਲ ਨੂੰ ਅੰਤਿਮ ਸੱਚ ਨਾ ਮੰਨ ਲੈਣਾ। ਉਂਝ ਅੰਤਿਮ ਸੱਚ ਵਰਗੀ ਕੋਈ ਚੀਜ਼ ਹੁੰਦੀ ਵੀ ਨਹੀਂ। ਸਟੂਡੀਓ ਵਿੱਚ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਨੇ ਅਬੇ ਸਿੰਘ, ਜੋ ਪੰਜਾਬੀ ਲੇਖਕ ਨੇ ਤੇ ਪੰਜਾਬੀ ਆਲਮ ਨਾਂ ਦਾ ਰਸਾਲਾ ਕੱਢਦੇ ਨੇ। ਡਾਕਟਰ ਤਗਿੰਦਰ, ਜੋ ਯੂਨੀਵਰਸਿਟੀ ਕੈਂਪਸ ਘਨੌਰ ਵਿੱਚ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਨੇ। ਰਤਨ ਲਾਲ ਕਟਾਰੀਆ, ਜੋ ਭਾਜਪਾ ਦੇ ਆਗੂ ਨੇ ਤੇ ਸੰਸਦ ਦੇ ਮੈਂਬਰ ਰਹੇ ਨੇ। ਇਸ ਦੇ ਨਾਲ ਹੀ ਸਾਡੇ ਨਾਲ ਫੋਨ ਲਾਈਨ ਤੇ ਸ਼੍ਰੀਨਗਰ ਤੋਂ ਜੁੜਨਗੇ ਨੂਰੁਲ ਕਾਮਰਾਨ ਕਿਰਮਾਨੀ, ਜੋ ਸੀਨੀਅਰ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਅਬੇ ਸਿੰਘ ਜੀ, ਤੁਸੀਂ ਲਗਾਤਾਰ ਅਫਜ਼ਲ ਦੇ ਹਵਾਲੇ ਨਾਲ, ਉਹ ਤੋਂ ਪਹਿਲਾਂ ਕਸਾਬ ਦੇ ਹਵਾਲੇ ਨਾਲ ਫਾਂਸੀ ਦੇ ਖਿਲਾਫ ਲਿਖਦੇ ਰਹੇ ਹੋ ਕਿ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ, ਤੇ ਉਹਦੇ ਅਗਲੇ ਪਿਛਲੇ ਕੀ ਕਾਰਨ ਨੇ ਤੇ ਉਹਦੇ ਕੀ ਸਿੱਟੇ ਨਿਕਲਣਗੇ, ਇਹਨਾਂ ਬਾਰੇ ਵੀ ਗੱਲ ਤੁਸੀਂ ਕਰਦੇ ਰਹੇ ਹੋ। ਇਸ ਗੱਲ ਨੂੰ ਜੇ ਆਪਾਂ ਪਾਸੇ ਛੱਡ ਦਈਏ ਕਿ ਵੀ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ, ਜੋ ਤੁਸੀਂ ਖਦਸ਼ੇ ਜ਼ਾਹਰ ਕਰਦੇ ਰਹੇ ਹੋ ਉਹ ਬਿਲਕੁਲ ਹੁਣ ਸਾਡੇ ਸਾਹਮਣੇ ਨੇ। ਜਿਹੜਾ ਇਹ ਸਾਰਾ ਮਾਹੌਲ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਮਾਹੌਲ ਤੇ ਕਹਿਣ ਤੋਂ ਮੈਂ 1 ਮਿੰਟ ਜ਼ਰੂਰ ਉਹਦਾ ਲੈਣਾ ਚਾਹੂੰਗਾ ਵੀ ਜਿਹਦਾ ਹਵਾਲਾ ਮੈਂ ਦਿੰਦਾ ਰਿਹਾ ਕਿ ਫਾਂਸੀ ਅੱਜ ਸਾਰੀ ਦੁਨੀਆ ਦਾ ਮਾਹੌਲ ਇਸ ਚੀਜ਼ ਉੱਪਰ ਇਕਮੁੱਠ ਹੈ ਲਗਭਗ ਕਿ ਮੌਤ ਦੀ ਸਜ਼ਾ ਜੋ ਹੈ ਇਹ ਗੈਰ ਇਨਸਾਨੀ ਹੈ ਜੀ। UN ਦੇ ਵਿੱਚ ਇਸਦੀ ਬੜੀ ਮੈਜੋਰਟੀ ਨਾਲ ਮਤਾ ਹੋਣਾ ਔਰ 2/3 ਮੁਲਕਾਂ ਵੱਲੋਂ ਮੌਤ ਦੀ ਸਜ਼ਾ ਬੰਦ ਕਰ ਦੇਣਾ ਆਪਣੇ ਮੁਲਕ ਦੇ ਵਿੱਚ, ਇਹ ਕੋਈ ਛੋਟੀ ਗੱਲ ਨਹੀਂ ਹੈ, ਛੋਟੀ ਗੱਲ ਨਹੀਂ ਹੈ। ਇੱਕ ਹਿਰਾਸਤ ਵਿੱਚ ਲੈ ਬੰਦੇ ਨੂੰ ਜਾਨੋਂ ਮਾਰਨਾ ਗੈਰ ਇਨਸਾਨੀ ਹੈ। ਦੂਸਰਾ, ਜਿਹੜੇ ਪ੍ਰੋਸਪੈਕਟ ਜਿਸ ਤਰੀਕੇ ਨਾਲ ਅਫਜ਼ਲ ਨੂੰ ਇਸ ਤਰ੍ਹਾਂ ਡਰਾਮਾਟਿਕ ਤਰੀਕੇ ਨਾਲ ਫਾਂਸੀ ਦਿੱਤੀ ਗਈ ਹੈ, ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਜੀ। ਦੇਸ਼ ਦਾ ਵੱਡਾ ਹਿੱਤ ਜੋ ਹੈ, ਅੱਜ ਕਸ਼ਮੀਰ ਦੇ ਵਿੱਚ ਇਤਨੀ ਬੜੀ ਕਾਮਯਾਬੀ ਹੋਈ ਸੀ, ਇਤਨੀ ਬੜੀ ਕਾਮਯਾਬੀ ਹੋਈ ਸੀ ਜੋ ਸੋਚੀ ਤੱਕ ਨਹੀਂ ਸੀ। ਹਾਲਾਤ ਬਹੁਤ ਸੋਹਣੇ ਡਿਵੈਲਪ ਹੋਏ ਸੀਗੇ, ਬੜਾ ਅਮਨ-ਮਾਨ ਸੀਗਾ। ਅਸੀਂ ਬਿਨਾਂ ਜ਼ਰੂਰਤ ਤੋਂ ਬਹੁਤ ਤਕੜਾ ਖਤਰਾ ਲਿਆ ਔਰ ਦੁਨੀਆ ਦੇ ਵਿੱਚ ਕਸ਼ਮੀਰੀਆਂ ਦੇ ਸਾਹਮਣੇ ਵੀ ਆਪਣੀ ਥੂ ਕਰਵਾਈ ਹੈ ਕਿ ਅਸੀਂ ਲਾਸ਼ ਵੀ ਨਾ ਦੇ ਸਕੀਏ, ਅਸੀਂ ਉਸ ਨੂੰ ਦੱਸ ਵੀ ਨਾ ਸਕੀਏ ਕਿ ਤੇਰੇ ਘਰ ਵਾਲਿਆਂ ਦੇ ਦੂਸਰਾ ਉਹਨੂੰ ਇਤਲਾਹ ਦਈਏ। ਪਹਿਲਾਂ ਸਪੀਡ ਪੋਸਟ ਕਰ ਰਹੇ ਹਾਂ। ਅੱਜ ਟੈਲੀਵਿਜ਼ਨ ਜਦੋਂ ਕੰਪਿਊਟਰ ਦਾ ਯੁੱਗ ਹੈਗਾ, ਟੈਲੀਫੋਨ ਤੇ 5 ਮਿੰਟ 'ਚ ਗੱਲ ਕਰਦੀ ਹੈ, ਫਿਰ ਸਪੀਡ ਪੋਸਟ ਕਰ ਰਹੇ ਹਾਂ। ਉਹਨਾਂ ਨੂੰ ਅਸੀਂ ਇਤਲਾਹ ਵੀ ਨਹੀਂ ਦੇਣਾ ਚਾਹੁੰਦੇ। ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ
ਇਹ ਹੈ। ਦੂਸਰਾ, ਜਦੋਂ ਦੁਨੀਆ 'ਚ ਮੈਂ ਫਾਂਸੀ ਦੀ ਗੱਲ ਕਰਦਾ ਤਾਂ ਬਹੁਤ ਹੀ ਸ਼ਰਮ ਦੀ ਗੱਲ ਹੈ ਵੀ ਇਹ ਗਾਂਧੀ ਦਾ ਦੇਸ਼ ਹੈ ਜੀ। ਅਗਰ ਗਾਂਧੀ ਦਾ ਦੇਸ਼ ਤਾਂ ਦੁਨੀਆ ਦੀ ਪੰਚਾਇਤ ਦੇ ਪਿੱਛੇ ਚੱਲ ਨਹੀਂ ਰਿਹਾ, ਉਸ ਦੇ ਉਲਟ ਜਾ ਰਿਹਾ, ਫਿਰ ਇਹ ਫਾਂਸੀ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਔਰ ਫਿਰ ਜਿਸ ਤਰੀਕੇ ਨਾਲ 8 ਸਾਲ ਤੋਂ ਪਹਿਲਾਂ ਕਦੀ ਫਾਂਸੀ ਨਹੀਂ ਹੋਈ ਇਸ ਮੁਲਕ 'ਚ ਜੀ 8 ਸਾਲ ਦੇ ਅਗਰ ਖੜੋਤ ਤੋੜੀ ਹੈ ਜੀ ਤਾਂ ਉਦੋਂ ਅਸੀਂ ਚੋਣ ਕਿੱਧਰੋਂ ਕਰ ਰਹੇ ਹਾਂ। ਜਿਹੜੇ ਪੁਰਾਣੇ ਕੇਸ ਨੇਗੇ ਜਿੱਥੇ ਸੁਪਰੀਮ ਕੋਰਟ ਨੇ ਫੈਸਲਾ ਕੀਤੇ, ਜਿਹੜੇ ਇਸ ਤੋਂ 10-10 ਸਾਲ ਪਹਿਲਾਂ ਜਿਹੜੇ ਅੱਤਵਾਦੀ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਪਿੱਛੇ ਛੱਡ ਕੇ, ਮਤਲਬ ਜਿਹੜਾ ਚੋਣ ਦਾ ਉੱਤੇ ਵੀ ਇੱਕ ਸਵਾਲ ਹੈ ਕਿ ਕਿਉਂ ਨਹੀਂ ਤੁਸੀਂ ਸਵਾਲ, ਵਿੱਚੋਂ ਕਿਉਂ ਚੋਣ ਨਹੀਂ ਕਰਕੇ ਸਵਾਲ, ਕਿਉਂ ਨਹੀਂ ਸਵਾਲ, ਜੀ ਜਿਹੜੇ ਪੁਰਾਣੇ ਕੇਸ ਨੇ ਉਹ ਅਸੀਂ ਛੱਡ ਦਿੱਤੇ, ਜੀ ਉਹ ਅਜੇ ਵੀ ਲਟਕਦੇ ਨੇ। ਜੀ ਤੇ ਜਿਹੜਾ ਉਸ ਤੋਂ ਸਭ ਤੋਂ ਅਖੀਰਲਾ ਹੈ, ਜੀ ਠੀਕ ਹੈ ਕਹਾਂਗੇ 8 ਸਾਲ ਬਹੁਤ ਲੰਬੇ ਹੁੰਦੇ ਆ, ਪਰ 12 ਸਾਲ ਜਾਂ 14 ਸਾਲ 8 ਸਾਲ ਤੋਂ ਵੀ ਲੰਬੇ ਨੇ। ਜੀ ਤੇਗਿੰਦਰ, ਜਿਹੜਾ ਇਹ ਸਾਰਾ ਮਾਹੌਲ ਹੈ ਇਹਨੂੰ ਸਿਆਸਤ ਤੋਂ ਨਿਖੇੜ ਕੇ ਵੀ ਦੇਖਿਆ ਜਾ ਸਕਦਾ ਹੈ? ਨਹੀਂ, ਸਿਆਸਤ ਤੋਂ ਤੁਸੀਂ ਕਿਸੇ ਵੀ ਚੀਜ਼ ਨੂੰ ਨਹੀਂ ਨਿਖੇੜ ਸਕਦੇ। ਕਹਿਣ ਨੂੰ ਤੁਸੀਂ ਕਹਿ ਸਕਦੇ ਹੋ ਵੀ ਮੈਂ ਸਿਆਸਤ 'ਚ ਇੰਟਰਸਟ ਨਹੀਂ ਲੈਂਦਾ, ਪਰ ਸਿਆਸਤ ਤੁਹਾਡੇ 'ਚ ਬਹੁਤ ਚੰਗੀ ਤਰ੍ਹਾਂ ਇੰਟਰਸਟ ਲੈਂਦੀ ਹੈ। ਜੀ ਜੋ ਲੋਕਤੰਤਰ ਆਪਣੇ ਅਨਫੋਲਡ ਹੋਇਆ ਪਿਛਲੇ 50-60 ਸਾਲਾਂ ਤੋਂ, ਉਹਦੀ ਇੱਕ ਕੰਪਲਸ਼ਨ ਹੈ ਜੀ ਵੀ ਉਹਨੇ ਲੋਕਾਂ ਦੀ ਬਹੁਗਿਣਤੀ, ਜਿਹੜਾ ਬਹੁਗਿਣਤੀ ਤੋਂ ਮਤਲਬ ਇਹ ਹੈ ਵੀ ਜਿਹੜਾ ਉਹਨਾਂ ਕਹਿ ਦਿੰਦੇ ਆ ਵੀ ਇਹ ਜੀ ਕਲੈਕਟਿਵ ਕੌਨਸ਼ੀਅਸਨੈਸ ਦਾ ਫੈਸਲਾ ਅਗਰ ਜੀ ਪਿਛਲੇ 50 ਸਾਲਾਂ ਦਾ, ਜੇ 60 ਸਾਲਾਂ ਦਾ ਆਪਾਂ ਇਤਿਹਾਸ ਦੇਖੀਏ ਤਾਂ ਉਹਦੇ 'ਚ ਇਹ ਆਉਂਦਾ ਹੈਗਾ ਵੀ ਤੁਸੀਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪਿਕ ਐਂਡ ਚੂਜ਼ ਕਰਦੀ ਹੈ ਫਾਂਸੀ ਦੇਣ ਦੇ ਮਾਮਲੇ ਦੇ ਵਿੱਚ, ਕਿਉਂਕਿ ਉਹਨੇ ਵੋਟਾਂ ਲੈਣੀਆਂ ਨੇ, ਪਾਵਰ ਲੈਣੀ ਹੈ। ਉਹ ਚਾਹੇ ਮੈਂ ਇੱਕ ਗੱਲ ਇਹਨਾਂ ਤੋਂ ਅੱਗੇ ਜਾ ਕੇ ਇਹ ਕਹੂੰਗਾ ਵੀ ਜਿਹੜੇ ਲੋਕ ਦੇਸ਼ ਤੇ ਏਕਤਾ ਦੇ ਅਖੰਡਤਾ ਦਾ ਰੌਲਾ ਪਾਉਂਦੇ ਆ ਜੀ ਤੇ ਆਇਡੈਂਟੀਟੀ ਪੋਲਿਟਿਕਸ ਕਰਦੇ ਆ ਜੀ, ਇਹਨਾਂ ਦੋਨਾਂ ਤੋਂ ਹੀ ਦੇਸ਼ ਨੂੰ ਖਤਰਾ ਹੈ ਤੇ ਸਾਡੇ ਲੋਕਤੰਤਰ ਨੂੰ ਖਤਰਾ ਹੈਗਾ, ਕਿਉਂਕਿ ਇਹਨਾਂ ਨੇ ਆਪਣੀਆਂ ਵੋਟਾਂ ਲੈਣ ਲਈ ਜਿਹੜੀ ਮਿਨੋਰਟੀਜ਼ ਇਹ ਕਹਿੰਦੀਆਂ ਨੇ ਵੀ ਸਾਡੇ ਨਾਲ ਸੈਂਟਰ ਧੱਕਾ ਕਰਦਾ, ਉਹ ਮਿਨੋਰਟੀਜ਼ ਆਪਣੀ ਸਟੇਟ 'ਚ ਕੀ ਕਰਦੀਆਂ ਨੇ ਜੀ। ਉਹਨਾਂ ਦਾ ਜਦੋਂ ਰਾਜ ਆ ਜਾਂਦਾ ਉਹਨਾਂ ਸਟੇਟਾਂ ਦੇ ਵਿੱਚ, ਉਹਨਾਂ ਨੇ ਜਿਹੜੀਆਂ ਹੇਠਲੀਆਂ ਮਿਨੋਰਟੀਜ਼ ਨੇ ਜਾਂ ਜਿਨ੍ਹਾਂ ਮਿਨੋਰਟੀ ਦੇ ਨਾਂ ਤੇ ਉਹਨਾਂ ਨੇ ਕੁਰਸੀ ਲਈ, ਉਹਨਾਂ ਨੂੰ ਕਿੰਨਾ ਕੁ ਭਲਾ ਕੀਤਾ। ਸੋਸ਼ਲ ਜਸਟਿਸ ਦਾ ਜਿਹੜਾ ਦਾਅਵਾ ਕਰਦਾ ਉਮਰ ਅਬਦੁੱਲੇ ਨੇ ਕਿੰਨਾ ਕੁ ਕੀਤਾ, ਜਾਂ ਬਾਕੀ ਰੀਜਨਲ ਪਾਰਟੀਆਂ ਨੇ ਆਪਣੀਆਂ ਸਟੇਟਾਂ 'ਚ ਕਿੰਨਾ ਕੁ ਕੀਤਾ ਜੀ ਵੀ ਇਹ ਸਾਰੇ ਕਾਸੇ। ਤੇਗਿੰਦਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਹੁਣ ਸਾਡੇ ਨਾਲ श्रीनगर तो जुड़े हुए हैं नूरुल कामरान किरमानी जी। तुसी आप मुझे ये बताइए कि अफजल को फांसी लगने के बाद जो कश्मीर में माहौल है उस हवा में क्या है, क्या महसूस कर पा रहे हैं आप वहाँ पर? जी, पिछले 7 दिन से कर्फ्यू है। आज सबसे ज्यादा अनप्रेसिडेंटेड रेस्ट्रिक्शंस थी। मस्जिदों में लोगों को जुमा की नमाज पढ़ने नहीं दी गई। 7 दिन से लोग अंदर करा रहे हैं, बाहर से सिक्योरिटी रेस्ट्रिक्शंस हैं। 3 लड़के पुलिस फायरिंग और सीआरपीएफ फायरिंग में मर गए। 90 से ज्यादा जख्मी हैं, उनमें कुछ लोग अस्पतालों में पड़े हैं। तो ये जो अफजल की जो फांसी है वो कश्मीर में कोई ये मानने के लिए तैयार नहीं है कि ये कोई जस्ट या कोई ये इंसाफ पर मबनी कोई फांसी थी। ये इंसानियत का कत्ल है। यहाँ कश्मीर में लोगों का ये मानना है कि अफजल की जो फांसी है ये पॉलिटिकली मोटिवेटेड है। इसमें कोई भी रत्ती भर की भी कोई भी गुंजाइश नहीं थी इसको फांसी देने की। जहाँ सुप्रीम कोर्ट ये कहे कि कलेक्टिव कॉन्शियंस ऑफ नेशन इसी से सेटिस्फाई होगी कि अफजल को फांसी दी जाए, और वो प्राइम सस्पेक्ट उसमें नहीं था, कोई भी मटेरियल एविडेंस उसके खिलाफ नहीं थी, सर्कमस्टेंशियल एविडेंस थी। दिल्ली हाई कोर्ट ने खुद कहा कि ट्रायल कोर्ट में उसके खिलाफ फैब्रिकेटेड एविडेंस बनाई गई है दिल्ली पुलिस की तरफ से। सुप्रीम कोर्ट ने भी कहा कि हाँ फैब्रिकेटेड एविडेंस है, तब भी आप फांसी देते हैं। और उसके बाद आप देखिए पिछले 7 दिन से उसकी फैमिली के पास किसी रिश्तेदार को नहीं फड़कने दिया जा रहा है सीआरपीएफ और पुलिस के जरिए। उनकी फैमिली तक को कैद किया गया है। यह है यहाँ की हालत, और ऐसे हालात में कश्मीर कब सुधर जाएगा? जी अभी आप अगर इस वक्त जिस हालत में है, कश्मीर कर्फ्यू लगा हुआ है, इसके आगे आप क्या देखते हैं, इसको कैसे सुलझाया जा सकता है? मैं एक चीज आपको कहूंगा कि कश्मीर में जो सेपरेटिस्ट फोर्सेस हैं उनके लिए एक नया सिंबल बन गया है। जो नई जनरेशन है, जो कश्मीर में नई जनरेशन लड़कों की है, उनके लिए एक नया सिंबल बन गया है। उनके सामने एक नई तस्वीर आई है कि उनके लिए कोई इंसाफ की गुंजाइश नहीं है। जी किरमानी जी, आप मेरे साथ बने रहिए, मैं आपके पास वापस आऊँगा। कटारिया जी, तुसी की कहना चाहोगे? ਭਾਰਤੀ ਜਨਤਾ ਪਾਰਟੀ ਨੇ ਅਫਜ਼ਲ ਦੀ ਫਾਂਸੀ ਦਾ ਸਵਾਗਤ ਕੀਤਾ ਹੈਗਾ। ਭਾਰਤੀ ਜਨਤਾ ਪਾਰਟੀ ਦਾ ਇਹ ਵੀ ਮੰਨਣਾ ਹੈਗਾ ਕਿ ਬਹੁਤ ਦੇਰੀ ਨਾਲ ਇਹ ਨਿਰਣਾ ਲਿਆ ਗਿਆ। ਜੀ ਜਦੋਂ ਇਹ ਹਮਲਾ ਹੋਇਆ, ਮੈਂ 13ਵੀਂ ਪਾਰਲੀਮੈਂਟ ਦਾ ਮੈਂਬਰ ਸੀਗਾ। ਅੱਜ ਗੱਲ ਹੋ ਰਹੀ ਹੈਗੀ ਕਿ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਹੈਗੇ ਉਹ ਬੜੇ ਨਾਜ਼ੁਕ ਨੇ। ਜੀ ਮੈਂ ਜੇਕਰ ਉਸ ਸਮੇਂ ਦੇ ਹਾਲਾਤ ਦੀ ਗੱਲ ਕਰਾਂ ਕਿ ਸੈਂਕੜੋਂ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ
ਉਹ ਅੰਦਰ ਸੀਗੇ ਕਿ ਕਿਸ ਤਰ੍ਹਾਂ ਸੇ ਆਤੰਕਵਾਦੀ ਜਿਹੜੇ ਉੱਥੇ ਆਏ ਤੇ ਉਹਨਾਂ ਨੇ ਸਾਡੇ ਜਵਾਨਾਂ ਨੂੰ ਮਾਰਿਆ। ਤੇ ਜੇਕਰ ਹਿੰਦੁਸਤਾਨ ਦੀ ਇੰਟੈਗ੍ਰਿਟੀ ਤੇ ਸੌਵਰਨਟੀ ਨੂੰ ਜਿਹੜਾ ਬੰਦਾ ਚੈਲੰਜ ਕਰਦਾ ਹੈਗਾ, ਜੇਕਰ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਜਾਂਦੇ ਤੇ 50-60 ਐਮਪੀਆਂ ਨੂੰ ਆਪਣਾ ਕੈਦੀ ਬਣਾ ਕੇ ਲੈ ਜਾਂਦੇ। ਤੁਸੀਂ ਉਹ ਸਥਿਤੀ ਵੀ ਸੋਚੋ ਕਿ ਉਸ ਸਮੇਂ ਜਿਹੜੀ ਸਿਚੁਏਸ਼ਨ ਹੋਣੀ ਸੀ ਉਹ ਕਿੰਜ ਤਰ੍ਹਾਂ ਦੀ ਹੋਣੀ ਸੀਗੀ। ਤੇ ਮੈਂ ਕ੍ਰੈਡਿਟ ਗੋ ਟੂ ਰਾਸ਼ਟਰਪਤੀ। ਸਿਰਫ ਇੱਕ ਛੋਟਾ ਜਿਹਾ ਸਵਾਲ ਇਹ ਹੈ ਕਿ ਜਦੋਂ ਤੋਂ ਉਹ ਹਮਲਾ ਹੋਇਆ ਉਹ ਤੋਂ ਬਾਅਦ ਹੁਣ ਤੱਕ ਅਫਜ਼ਲ ਦਾ ਨਾਤਾ ਜਿਹੜੀ ਜਥੇਬੰਦੀ ਨਾਲ ਜੋੜਿਆ ਜਾਂਦਾ ਜੈਸ਼-ਏ-ਮੁਹੰਮਦ, ਉਹ ਹਿੰਦੁਸਤਾਨ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਪਾਈ ਹੁਣ ਤੱਕ। ਇਹਦਾ ਜਿਹੜਾ ਇਹਦਾ ਸਿਰਾ ਉਹਨਾਂ ਸਿਰ ਹੀ ਬੰਨ੍ਹਦਾ ਜਿਨ੍ਹਾਂ ਸਿਰ ਤੁਸੀਂ ਬੰਨ੍ਹਦੇ ਹੋ। ਇਹ ਬਿਲਕੁਲ ਇੱਕ ਪ੍ਰਾਪਤੀ ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ। ਪਰ ਇਸ ਮਾਹੌਲ ਦੇ ਵਿੱਚ, ਜਿਸ ਮਾਹੌਲ ਦੇ ਵਿੱਚ ਅੱਜ ਅਸੀਂ ਹਾਂ, ਉਹੀ ਤਾਕਤਾਂ ਨੂੰ ਨਵੇਂ ਸਿਰੇ ਤੋਂ ਗੋਲਬੰਦੀ ਕਰਨ ਦਾ ਮੌਕਾ ਮਿਲਿਆ। ਇਹ ਜਿਹੜਾ ਖਦਸ਼ਾ ਉਹ ਕਿਰਮਾਨੀ ਸਾਹਿਬ ਕਹਿ ਰਹੇ ਨੇ ਤੇ ਮੈਨੂੰ ਵੀ ਇੱਦਾਂ ਹੀ ਲੱਗਦਾ ਹੈ। ਜੀ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਜੀ ਕਿ ਡਿਸੀਜਨ ਇੰਨਾ ਲੇਟ ਲਿਆ ਗਿਆ। ਜਰਨਲ ਵੈਦ ਨੇ ਜਿਹਨੂੰ ਮਾਰਿਆ ਸੀਗਾ ਉਹ ਮੁੰਡਾ ਪੰਜਾਬ ਦਾ ਸੀਗਾ, ਉਸ ਦੇ ਮਾਮਲੇ ਵਿੱਚ ਤਾਂ ਇੱਕਦਮ ਕਾਰਵਾਈ ਕਰ ਦਿੱਤੀ। ਤਾਂ ਫਿਰ ਇਹ ਅਫਜ਼ਲ ਨੂੰ ਇੰਨੇ ਦਿਨ ਜਿਹੜੇ ਸੀਗੇ ਉੱਥੇ ਮੁਰਗੇ ਮੁਸੱਲਮ ਖਿਲਾਉਣ ਦਾ ਕੀ ਮਤਲਬ ਅੰਦਰ ਸੀਗਾ ਭਾਰਤ ਸਰਕਾਰ ਦਾ। ਤੇ ਅੱਜ ਦੇਸ਼ ਦੇ ਵਿੱਚ ਇੱਕ ਐਸਾ ਤਬਕਾ ਵੀ ਹੈਗਾ ਜੇ ਦੇਸ਼ ਨੂੰ ਪਿਆਰ ਕਰਦਾ ਹੈਗਾ, ਉਹ ਨਹੀਂ ਚਾਹੁੰਦਾ ਕਿਸੇ ਵੀ ਹਾਲਤ ਤੇ ਕਿ ਜੋ ਕੋਈ ਵੀ ਜੇਕਰ ਹਿੰਦੁਸਤਾਨ ਦੀ ਇੰਟੈਗ੍ਰਿਟੀ ਤੇ ਸਵਰਨਟੀ ਨੂੰ ਕੋਈ ਚੈਲੰਜ ਕਰਦਾ ਹੈਗਾ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹਿੰਦੁਸਤਾਨ ਦਾ ਹਰ ਨਾਗਰਿਕ ਅੱਜ ਚਾਹੁੰਦਾ ਹੈਗਾ। ਕੋਈ ਢਿੱਲੀ ਪਿੱਲੀ, ਕੋਈ ਸੌਫਟ ਰਵੱਈਆ ਅਪਣਾਉਣ ਦਾ ਕੋਈ ਕਟਾਰੀਆ ਜੀ ਜੋ ਤੁਸੀਂ ਕਿਹਾ ਇਹਦੇ ਬਾਰੇ ਆਪਾਂ ਸ਼੍ਰੀਨਗਰ ਦੇ ਪੱਤਰਕਾਰ ਤੋਂ ਪੁੱਛਦੇ ਹਾਂ ਕਿ ਉਹ ਜਿਹੜੇ ਇਸ ਕਿਸਮ ਦੇ ਬਿਆਨ ਨੇ ਖਾਸ ਤੌਰ 'ਤੇ ਭਾਜਪਾ ਦੇ ਜਾਂ ਜਿਹੜੀਆਂ ਤੁਹਾਡੀਆਂ ਨਾਲ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਉਹ ਕਿਵੇਂ ਦੇਖਦੇ ਨੇ। किरमानी जी, जो अभी कटारिया जी ने कहा है, ऐसे जो बयान है उसको कश्मीर में कैसे रिसीव किया जाता है? जी 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 मैं बताऊंगा आपको। बीजेपी फाशिस्ट ज़हनियत के मालिक हैं। ये इनकी जो सियासत है वो कम्युनल बुनियादों पे चलती है। कश्मीर में फाशिस्ट बुनियादों पे कोई बात सुनने के लिए तैयार नहीं है। कश्मीर के लोग चाहते हैं कि अफजल का केस रिओपन हो जाए। हम चैलेंज करते हैं कि अगर ये केस रिओपन हो जाएगा ये सारे एक्सपोज हो जाएंगे कि उसको कैसे बेगुनाह को फांसी दी गई। ये जो केस है इसमें 6 आदमी पार्लियामेंट में गए, 5 लोगों की लाशें निकली, एक आदमी कहाँ चला गया। सीसीटीवी कवरेज है पार्लियामेंट की, वो मौजूद है। निर्मला देश पांडे जी थी पार्लियामेंटेरियन, उसने सेव अफजल कैंपेन चलाई, उस पर हिंदुस्तान के सैकड़ों ह्यूमन राइट्स एक्टिविस्ट ने दस्तखत किए हैं कि ये केस रिओपन किया जाए। एक बार ये केस रिओपन हो जाए खुद पता चले कि पार्लियामेंट किसने करवाया, उसके पीछे क्या सियासत थी। ये बिल्कुल बेगुनाह था, इसको इसलिए फांसी पे चढ़ाया गया क्योंकि एक मुसलमान था और कश्मीरी था, बस। जी कामरान जी, मैं आपके पास वापस आऊँगा। अबे जी, इस माहौल ਦੇ ਵਿੱਚ ਜਿਸ ਦੇ ਵਿੱਚ ਇੱਕ ਪਾਸੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਦੂਜੇ ਪਾਸੇ ਅੰਨੀ ਦੇਸ਼ ਭਗਤੀ ਦਾ ਇੱਕ ਮਾਹੌਲ ਹੈ ਕਿ ਇਹੀ ਦੇਸ਼ ਭਗਤੀ ਹੁੰਦੀ ਹੈ। ਇਹ ਤੋਂ ਬਿਨਾਂ ਜੇ ਦੇਸ਼ ਭਗਤੀ ਦੇ ਉੱਤੇ ਸਵਾਲ ਹੁੰਦਾ ਤੇ ਉਹਨੂੰ ਗਦਾਰ ਤੱਕ ਕਰਾਰ ਦਿੱਤਾ ਜਾ ਰਿਹਾ। ਇਸ ਮਾਹੌਲ ਦੇ ਵਿੱਚ ਦਲੀਲ ਦੀ ਕੀ ਥਾਂ ਹੈ ਤੇ ਕੀ ਬਣਨੀ ਚਾਹੀਦੀ ਹੈ? ਦੇਸ਼ ਭਗਤੀ ਕਦੀ ਅੰਨੀ ਜਾਂ ਗੈਰ ਅੰਨੀ ਨਹੀਂ ਹੈ ਜੀ। ਦੇਸ਼ ਭਗਤੀ ਹੈ ਕਿ ਦੇਸ਼ ਦੇ ਹਿੱਤ ਦੇ ਵਿੱਚ ਤੁਸੀਂ ਸੋਚਣਾ ਹੈ, ਕਰਨਾ ਹੈ ਜੀ। ਜਿਸ ਤਰ੍ਹਾਂ ਕਟਾਰੀਆ ਜੀ ਨੇ ਕਿਹਾ, ਜਦੋਂ ਆਪਾਂ ਅੰਨੀ ਦੇਸ਼ ਭਗਤੀ ਕਹਿੰਦੇ ਆ, ਅੰਗਰੇਜ਼ੀ ਦਾ ਜਿਹੜਾ ਸ਼ਬਦ ਹੈ ਜਿੰਗੋਇਜ਼ਮ, ਉਹਦਾ ਆਪਾਂ ਤਰਜਮਾ ਅੰਨੀ ਦੇਸ਼ ਭਗਤੀ ਦੇ ਵਿੱਚ ਕਰਦੇ ਆ। ਉਹਦੇ ਵਿੱਚ ਇਹ ਹੈ ਕਿ ਜਿਹੜੀ ਤੁਹਾਡੀ ਆਪਣੀ ਸਮਝ ਹੈ ਉਹਨੂੰ ਤੁਸੀਂ ਕਹਿੰਦੇ ਹੋ ਕਿ ਸਿਰਫ ਇਹੀ ਦੇਸ਼ ਭਗਤੀ ਹੈ, ਤੋਂ ਬਿਨਾਂ ਦੇਸ਼ ਭਗਤੀ ਨਹੀਂ ਹੁੰਦੀ। ਦੇਸ਼ ਭਗਤੀ ਹੈ ਦੇਸ਼ ਦੇ ਹਿੱਤ ਦੇ ਵਿੱਚ ਸੋਚਣਾ ਜੀ। ਉਹਦੇ ਲਈ ਆਪਣੀ ਦਲੀਲ ਦੇਣੀ, ਜੇ ਕਿਸੇ ਨੂੰ ਚੰਗੀ ਲੱਗਦੀ ਨਹੀਂ ਲੱਗਦੀ ਉੱਤੇ ਵਿਚਾਰ ਕਰੋ ਜੀ। ਜਿਸ ਤੱਕ ਪਾਰਲੀਮੈਂਟ ਦੇ ਉੱਪਰ ਅਟੈਕ ਹੈਗਾ ਜੀ, ਉਹ ਬਹੁਤ ਹੀ ਭਿਅੰਕਰ ਚੀਜ਼ ਸੀਗੀ ਜੀ। ਉਸ ਦਾ ਸਾਡੇ ਯੋਧਿਆਂ ਨੇ ਬੜਾ ਸਖਤੀ ਨਾਲ ਮੁਕਾਬਲਾ ਕੀਤਾ ਹੈ, ਕੁਰਬਾਨੀਆਂ ਦਿੱਤੀਆਂ। ਸਾਡਾ ਸਿਰ ਉਹਨਾਂ ਦੇ ਅੱਗੇ ਝੁਕਦਾ ਹੈ। ਬਹੁਤ ਬਹਾਦਰੀ ਉਹਨਾਂ ਨੇ ਦਿਖਾਈ ਹੈ, ਰੋਕਿਆ ਹੈ। ਔਰ ਅਗਰ ਉਹ 60-70 ਜ਼ਿਆਦਾ ਵੱਧਦੀ ਤਾਂ ਬਹੁਤ ਬੜਾ ਨੁਕਸਾਨ ਹੁੰਦਾ ਹੈ। ਕਰੜੇ ਹੱਥ ਦੇ ਨਾਲ ਟੈਰਰਿਜ਼ਮ ਦਾ ਵਿਰੋਧ ਕਰਨਾ ਚਾਹੀਦਾ ਉਹਦੇ ਨਾਲ। ਪਰ ਫਾਂਸੀ ਕਰੜਾ ਹੱਥ ਨਹੀਂ ਹੈ। ਫਾਂਸੀ ਨਾਲ ਤੁਸੀਂ ਟੈਰਰਿਜ਼ਮ ਨੂੰ ਵਧਾ ਰਹੇ ਹੋ, ਇਸ ਨੂੰ ਰੋਕ ਨਹੀਂ ਰਹੇ ਹੋ ਜੀ। ਇੱਕ ਬੰਦਾ ਅੱਜ ਸਾਡੇ ਆਪਣੇ ਜੱਜ ਕਹਿ ਰਿਹਾ ਜੀ ਕਿ ਸਾਰੀ ਉਮਰ ਇੱਕ ਬੰਦੇ ਨੂੰ ਦਾਲ ਰੋਟੀ ਦੇ ਉੱਪਰ ਬੁਢੇਪੇ ਤੱਕ ਜੇਲ੍ਹ ਵਿੱਚ ਰੱਖਣਾ, ਅੰਤਮ ਸਾਹ ਜੇਲ੍ਹ ਵਿੱਚ ਲਵੇ, ਉਹ ਇੱਕ ਵੱਡੀ ਸਜ਼ਾ ਹੈ ਜੀ। ਇਹ ਬੰਦੇ ਦਾ ਕਤਲ ਹੈ ਜਿਹੜਾ ਉਸ ਕਰਨਾ, ਇਹ ਵੀ ਇੱਕ ਟੈਰਰਿਜ਼ਮ ਹੈ ਜੀ। ਟੈਰਰਿਜ਼ਮ ਨੂੰ, ਆਤੰਕਵਾਦ ਨੂੰ ਆਤੰਕ ਦੇ ਨਾਲ ਨਹੀਂ ਤੁਸੀਂ ਮਾਰ ਸਕਦੇ ਜੀ। ਉਹਦੇ ਲਈ ਹੋਰ ਤਰੀਕੇ ਕਰੋ, ਆਪਣੀਆਂ ਮਜ਼ਬੂਤੀਆਂ ਕਰੋ, ਆਪਣੇ ਜਥੇਬੰਦੀਆਂ ਮਜ਼ਬੂਤ, ਆਪਣਾ ਡਿਫੈਂਸ ਤਕੜਾ ਕਰੋ, ਲੋਕਾਂ ਦੇ ਵਿੱਚ ਦਹਿਸ਼ਤ ਦੇ ਖਿਲਾਫ ਪ੍ਰਚਾਰ ਕਰੋ ਕਿ ਇਹ ਬੁਰੀ ਚੀਜ਼ ਹੈ। ਇੱਕ ਚੀਜ਼ ਤੁਸੀਂ ਨੋਟ ਕਰੋ, ਇਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਸਿਰ ਪੈਂਦੀ ਹੈ ਜਾਂ ਸਾਰੀਆਂ ਸਿਆਸੀ ਸਾਰਿਆਂ ਦੇ ਉੱਪਰ
ਜੀ ਅਸੀਂ ਆਖਰ ਅਸੀਂ ਗਾਂਧੀ ਦਾ ਦੇਸ਼ ਕਿਉਂ ਆ ਅਸੀਂ ਜੀ ਕਿ ਅਸੀਂ ਵਾਇਲੈਂਸ ਨੂੰ ਵਾਇਲੈਂਸ ਨਾਲ ਨਹੀਂ ਰੋਕਣਾ। ਅਸੀਂ ਸਿਰਫ ਗਾਂਧੀ ਦਾ ਦੇਸ਼ ਨਹੀਂ, ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀ ਬਨਸਬਨਤਾ ਹੈ ਤੇ ਉਸ ਬਨਸਬਨਤਾ ਦੇ ਆਪਣੇ ਸਵਾਲ ਨੇ। ਗਾਂਧੀ ਫਿਰ ਵੀ ਸਾਡਾ ਸੁਪਰੀਮ ਹੈ ਜੀ, ਅਸੀਂ ਮੰਨ ਕੇ ਚੱਲ ਰਹੇ ਹਾਂ, ਮੰਨ ਕੇ ਚੱਲ ਰਹੇ ਹਾਂ। ਸਾਡੇ ਕਰੰਸੀ ਦੇ ਨੋਟ ਦੇ ਉੱਪਰ ਗਾਂਧੀ ਦੀ ਤਸਵੀਰ ਹੈ। ਹਰ ਪਾਰਟੀ ਦੇ ਲੋਕ ਗਾਂਧੀ ਨੂੰ ਆਪਣਾ ਇਸ਼ਟ ਮੰਨਦੇ ਆ ਔਰ ਉਹਦਾ ਸਭ ਤੋਂ ਵੱਡਾ ਜਿਹੜਾ ਨਾਰਾ ਸੀ ਉਹ ਅਹਿੰਸਾ ਹੈ ਜੀ। ਔਰ ਜਦੋਂ ਗਾਂਧੀ ਦੀ ਆਪਣਾ ਕਤਲ ਹੋਇਆ, ਨਥੂਰਾਮ ਗੋਡਸੇ ਨੂੰ ਜਦੋਂ ਫਾਂਸੀ ਦਾ ਹੋਇਆ, ਉਹਦੇ ਲਈ ਰਹਿਮ ਦੀ ਅਪੀਲ ਮਹਾਤਮਾ ਗਾਂਧੀ ਦੇ ਬੇਟੇ ਨੇ ਕੀਤੀ ਸੀ ਜੀ। ਉਸਨੇ ਮੰਗ ਕੀਤੀ ਸੀ ਕਿ ਇਸ ਨੂੰ ਫਾਂਸੀ ਦੇਣਾ, ਮੇਰੇ ਪਿਤਾ ਦਾ ਦੂਸਰਾ ਕਤਲ ਹੋਵੇਗਾ ਜੀ, ਇਸ ਨੂੰ ਫਾਂਸੀ ਨਾ ਦਿਓ ਜੀ। ਅੱਜ ਸਾਡੀਆਂ ਅਦਾਲਤਾਂ ਕਿਤਨੀਆਂ ਕਹਿ ਰਹੀਆਂ ਜੀ। ਮੈਂ ਆਖਰੀ ਗੱਲ ਇਹ ਕਰਨਾ ਚਾਹੁੰਦਾ, ਤੁਸੀਂ ਇੱਕ ਚੀਜ਼ ਕਸ਼ਮੀਰ ਦੀ ਨੋਟ ਕਰੋ ਜੀ। ਇਹ ਜੋ ਕਮਰਾਨ ਕੇ ਦੂਸਰੇ ਕਹਿ ਰਹੇ, ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈ ਸਕਦਾ ਕਿ ਲੀਗਲੀ ਤੌਰ ਤੇ ਉਹ ਇਨਵੋਲਵ ਸੀ ਨਹੀਂ ਇਨਵੋਲਵ ਸੀ, ਇਹ ਵੱਖਰੀਆਂ ਗੱਲਾਂ ਨੇ। ਆਖਰ ਅਦਾਲਤ ਨੇ ਸਾਰਾ ਕੁਝ ਸੋਚਿਆ, ਸਾਰਾ ਕੁਝ ਕੀਤਾ ਹੈ ਜੀ। ਮੈਂ ਸਮਝਦਾ ਕਿ ਅੱਜ ਤੱਕ ਨਾ ਤਾਂ ਕਸ਼ਮੀਰ 'ਚ ਇਹ ਆਵਾਜ਼ ਉੱਠੀ ਹੈ ਕਿ ਉਸ ਨੂੰ ਰਿਹਾ ਕਰੋ ਜੀ। ਪਿਛਲੇ 12 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਜੀ, ਔਰ ਨਾ ਹੀ ਕਿਸੇ ਨੇ ਕਿਹਾ ਹੈ ਕਿ ਉਹ ਬੇਗੁਨਾਹ ਹੈ, ਉਸ ਨੂੰ कैद नहीं होनी चाहिए। जे तुसी इजाजत दें तो मैं कामरान जी तो सवाल पूछ लूँ। हाँ कामरान जी, जो अभी सवाल अभय सिंह जी ने यहाँ पूछा, ये पंजाबी के लेखक हैं और फांसी के खिलाफ लगातार लिखते हैं। इन्होंने कसाब के बारे में भी लिखा और उसके बाद अभी अफजल के बारे में भी इनका लेख छपा है। इनकी जो दलील है कि अभी तक कश्मीर से अफजल के बारे में इतनी ठोस आवाज़ क्यों नहीं सामने आई? जनाब, कश्मीर से आवाजें उठती रही जब से इसको फांसी दी गई। सुनता कौन है हमारी आवाज? कश्मीर की आवाज आज दिल्ली में कब पहुंची जी? यहाँ सेव अफजल कैंपेन चल रही थी, उसमें दलील की राय यहाँ की सबसे बड़ी इंटेलेक्चुअल और राइटर है, ब्रूकर प्राइज विनर है जी। उसका आप आर्टिकल पढ़िए आउटलुक मैगजीन में जी। उसने 13-14 सवाल लीगली उठाए थे जिससे साबित होता है कि अफजल को फांसी नहीं मिलनी चाहिए, वो बेगुनाह था। अफजल कह रहा है कि मैंने कार ली, मैंने उस मोहम्मद जो जैश का मिलिटेंट था उसको शेल्टर दिया, मगर किसके कहने पर? स्पेशल ऑपरेशन ग्रुप जो जेएंडके पुलिस का है, एंटी मिलिटेंसी ऑपरेशन ग्रुप, उसके कहने पर उसने वो ऑफिसर आइडेंटिफाई किए, लेकिन उसको किसी ने सुना ही नहीं जी। कामरान जी, मैं भी आपके पास वापस आऊँगा। तगिंदर, जी ये दलील है, जिस तरीके नाल दलील ਦਿੱਤੀ ਜਾ ਰਹੀ ਹੈ, ਇਹ ਇਦਾਂ ਲੱਗਦਾ ਕਿ ਕਸ਼ਮੀਰ ਦੇ ਵਿੱਚ ਇੱਕ ਦਲੀਲ ਪੂਰੇ ਲੋਕਾਂ ਨੂੰ ਸਮਝ ਆ ਗਈ ਲੱਗਦੀ ਹੈ, ਜਾਂ ਜ਼ਿਆਦਾਤਰ ਲੋਕਾਂ ਨੂੰ ਸਮਝ ਆ ਗਈ ਲੱਗਦੀ ਹੈ, ਤੇ ਬਾਕੀ ਮੁਲਕ ਦੇ ਵਿੱਚ ਇੱਕ ਕੋਈ ਹੋਰ ਦਲੀਲ ਲੋਕਾਂ ਨੂੰ ਸਮਝ ਆ ਸਕਦੀ ਹੈ? ਮੈਂ ਜਿਹੜੀ ਪਹਿਲਾਂ ਆਪਣੀ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਸਾਨੂੰ ਅਸਲ 'ਚ ਨਾ ਦੋਨੇ ਅਸੀਂ ਲੋਕ ਅਜੇ ਤੱਕ ਵੀ 21ਵੀਂ ਸਦੀ 'ਚ ਆ ਕੇ ਵੀ ਭਾਵਨਾ 'ਚ ਬਹਿ ਕੇ ਗੱਲ ਕਰਦੇ ਹਾਂ। ਦਲੀਲ ਦੀ ਗੱਲ ਸਾਨੂੰ ਸਿਖਾਈ ਨਹੀਂ ਜਾਂਦੀ, ਨਾ ਡੈਮੋਕ੍ਰੇਸੀ ਸਾਨੂੰ ਸਿਖਾਈ ਜਾਂਦੀ ਹੈ। ਡੈਮੋਕ੍ਰੇਸੀ ਤਾਂ ਸਾਡੇ ਘਰਾਂ ਤੱਕ ਹੈ ਨਹੀਂ ਗੀ, ਤੇ ਉੱਪਰੋਂ ਕੀ ਹੈ ਜਿਹੜੀ ਇਹ ਗੱਲ ਹੈ ਨਾ, ਇਹ ਦੋਨੇ ਫਸੇ ਹੋਏ ਅਸਲ 'ਚ ਜੀ। ਕਸ਼ਮੀਰ ਵਾਲਿਆਂ ਨੇ ਦੀ ਪ੍ਰੋਬਲਮ ਇਹ ਆ, ਪੋਲਿਟਿਕਸ ਵੀ ਉਹਨਾਂ ਦੀ ਇਹ ਹੈ ਵੀ ਜੇ ਉਹ ਰਾਈਟ ਗੱਲ ਕਰਨਗੇ ਤਾਂ ਉਹਨਾਂ ਦਾ ਵੋਟ ਬੈਂਕ ਖੁਰਦਾਗਾ ਜੀ। ਜੋ ਸੈਂਟਰ ਦੇ ਉੱਪਰ ਕਾਬਜ਼ ਪਾਰਟੀਆਂ ਨੇ, ਚਾਹੇ ਬੀਜੇਪੀ ਹੋਵੇ ਕਾਂਗਰਸ ਹੋਵੇ, ਜੇ ਉਹ ਇਹ ਗੱਲ ਨਹੀਂ ਕਰਨਗੀਆਂ ਤਾਂ ਉਹਨਾਂ ਦੀ ਵੀ ਰਾਜ ਸੱਤਾ ਖੁੱਲਦੀ ਹੈ ਜੀ। ਡੈਮੋਕ੍ਰੇਸੀ ਨਾਂ ਦੀ ਕੋਈ ਨਹੀਂ, ਫਾਸ਼ੀਵਾਦੀ ਜਿਹੜੀਆਂ ਰੁਚੀਆਂ ਨੇ ਉਹ ਅੱਗੇ ਵੱਧ ਰਹੀਆਂ ਨੇ। ਪਰ ਮੇਰਾ ਮੁੱਦਾ ਇਸ ਗੱਲ ਤੇ ਹੈ ਵੀ ਜਿਹੜਾ ਸੋਸ਼ਲ ਜਸਟਿਸ ਦਾ ਮੁੱਦਾ ਗਾ, ਹਜ਼ਾਰਾਂ ਕਿਸਾਨ ਸੁਸਾਈਡ ਕਰ ਰਹੇ ਜੀ, ਕਰਪਸ਼ਨ ਹੋ ਰਹੀ ਹੈ ਜੀ, ਰੇਪ ਹੋ ਰਹੇ ਆ ਜੀ, ਉਹ ਇਸ਼ੂ 1 ਲੱਖ ਦੀ ਇੱਕ ਝਟਕੇ 'ਚ ਤੁਸੀਂ ਸਾਈਡ ਤੇ ਲਾਤੇ ਜੀ। ਉਹਨਾਂ ਨੂੰ ਕੌਣ ਐਡਰੈਸ ਕਰੂਗਾ? ਇਹ ਭਾਜਪਾ ਨੂੰ ਬਾਰ-ਬਾਰ ਪੁੱਛਿਆ ਜਾਂਦਾ ਰਿਹਾ ਕਿ ਇੱਕ ਬੰਦੇ ਨੂੰ ਫਾਂਸੀ ਲਗਾਉਣ ਨਾਲ ਜਾਂ ਹਟਾਉਣ ਨਾਲ ਦੇਸ਼ ਦੇ ਬਾਕੀ ਜਿਹੜੇ ਮਸਲੇ ਨੇ ਉਹ ਕਿਵੇਂ ਸੁਲਝ ਜਾਣਗੇ, ਉਹ ਕਿੱਥੇ ਚਲੇ ਜਾਣਗੇ? ਮੇਰਾ ਤਾਂ ਇਹ ਕਹਿਣ ਦਾ ਮੁੱਦਾ ਇਹ ਹੈ ਵੀ ਜਿਹੜੇ ਬੰਦੇ ਲੜ ਰਹੇ ਆ, ਬੋਲ ਰਹੇ ਆ, ਉਹ ਇਹਨਾਂ ਗੱਲਾਂ ਤੇ ਕਿਉਂ ਨਹੀਂ ਇਸ਼ੂ ਕਰਦੇਗੇ? ਦੂਜੀ ਗੱਲ ਜਿਹੜੀ ਕਾਮਰਾਨ ਸਾਹਿਬ ਕਹਿੰਦੇ ਵੀ ਉਹ ਮੁਸਲਮਾਨ ਸੀ ਇਸ ਕਰਕੇ ਫਾਂਸੀ ਦੇਤੀ, ਕੋਈ ਵੀ ਸਟੇਟ ਆ ਜਿਹੜੀ ਪਾਵਰਫੁਲ ਆ ਉਹ ਇਹ ਨਹੀਂ ਡਿਫਾਈਨ ਕਰਦੀ ਵੀ ਹਿੰਦੂ ਨੂੰ ਅਸੀਂ ਨਹੀਂ ਦੇਣੀ ਜਾਂ ਮੁਸਲਮਾਨ ਨੂੰ, ਪਰ 60 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਵੀ ਉਹ ਪਿਕ ਐਂਡ ਚੂਜ਼ ਕਰਦੀ ਆ। ਪਰ ਇੰਡੀਅਨ ਸਟੇਟ ਆਜ਼ਾਦ ਵਰਗੇ ਬੰਦੇ ਦਾ ਵੀ ਇਨਕਾਊਂਟਰ ਕਰਦੀ ਹੈ ਜੀ। ਇੰਡੀਅਨ ਸਟੇਟ ਛੱਤੀਸਗੜ੍ਹ 'ਚ ਆਪਣੀਆਂ ਫੌਜਾਂ ਨਾਲ ਆਪਣੇ ਹਿੰਦੂ ਭਾਈਚਾਰਿਆਂ ਨੂੰ ਵੀ ਮਾਰ ਰਹੀ ਆ। ਉਦੋਂ ਇਹ ਕਿਉਂ ਚੁੱਪ ਕਰਦੇ ਆ? ਉਦੋਂ ਕਿਉਂ ਨਹੀਂ ਬੋਲਦੇ ਕਿ ਆ ਕਬਾੜ ਗਾਂਧੀ ਅੰਦਰ ਜੇਲ੍ਹ 'ਚ ਤੁਰਿਆ ਫਿਰਦਾ, ਉਹਨੂੰ ਕਿਉਂ ਨਹੀਂ ਰਿਹਾ ਕਰਦੇ? ਉਦੋਂ ਕਿਉਂ ਚੁੱਪ ਕਰ ਜਾਂਦੇ ਆਇਡੈਂਟੀ ਪੋਲਿਟਿਕਸ ਵਾਲੇ ਜੀ? ਮੇਰਾ ਮੁੱਦਾ ਇਹ ਵੀ ਜਿਹੜਾ ਸੋਸ਼ਲ ਜਸਟਿਸ ਦਾ ਅਸਲੀ ਆਮ ਲੋਕਾਂ ਦਾ ਮੁੱਦਾ ਗਾ, ਉਹਨਾਂ ਨੂੰ ਤੁਸੀਂ ਇਜਾਜ਼ਤ ਦਿਓ ਤੇ ਮੈਂ ਸਵਾਲ ਉਹਨਾਂ ਤੋਂ ਫਿਰ ਪੁੱਛ ਲਵਾਂ। ਇਹ कामरान जी, अगर तगिंदर जी का आपको सवाल समझ में आ गया तो आप इसके बारे में क्या कहना चाहेंगे? जी, मैं ये कहूंगा, ये मेरी बात समझे नहीं। पहली बार पी चिदम्बरम साहब से पूछा गया जब वो यूनियन होम मिनिस्टर थे कि अफजल को फांसी कब मिलेगी, उसने कहा ही इज इन द क्यू जी। आज उन्होंने जंप कैसे किया क्यू को? क्योंकि एक कश्मीरी इसको आदमी को फांसी लगाना उनको शूट कर रहा है पॉलिटिकली, इसलिए उन्होंने उसको फांसी दी जी। उन्होंने जंप कैसे किया? उस वक्त तो बोला ये क्यों में है, जब इसकी बारी आएगी तब दे देंगे फांसी जी जी। और सबसे बड़ी बात है में परसेप्शन ही नहीं है, एक मांग है कश्मीर की कि इस केस को रिओपन किया जाए।
जी they don't consider that he was the man behind this attack. जी कामरान जी मैं वापस आ रहा हूँ आपके पास। हाँ जी ਕਾਮਰਾਨ ਜੀ ਮੇਰੀ ਬੇਨਤੀ ਇਹ ਆ ਵੀ ਤੁਸੀਂ ਇਸ ਟ੍ਰੈਪ 'ਚ ਨਾ ਫਸੋ ਸਟੇਟ ਵਾਲੇ ਦੇ 'ਚ ਵੀ ਉਹਨਾਂ ਨੇ ਕਿਉਂ ਜੰਪ ਕੀਤਾ। ਉਹਦਾ ਇੰਪ੍ਰੈਸ਼ਨ ਇਹ ਦੇਣਗੇ ਹੀ ਵੀ ਇਹ ਡਿਵਾਈਡ ਹੋਣ। ਤੁਸੀਂ ਆਮ ਮੁਸਲਿਮ ਲਈ, ਆਮ ਹਿੰਦੂ ਲਈ, ਆਮ ਸਿੱਖ ਲਈ ਕੀ ਸੋਚਦੇ ਹੋ? ਮੈਂ ਉਹਦੀ ਗੱਲ ਕਰ ਰਿਹਾ। ਜਿਹੜੇ ਲੋਕ ਆਮ ਬੰਦੇ ਲਈ ਆ, ਇਰਾਨ ਦੀ ਬੀਬੀ ਆ ਸਦਾਫੀ, ਉਹ ਹਜ਼ਾਰਾਂ ਸਾਲਾਂ 20 ਸਾਲਾਂ ਤੋਂ ਵੂਮਨ ਰਾਈਟਸ ਲਈ ਮੁਸਲਿਮ ਲਈ ਲੜਦੀ ਹੈ, ਉਹ ਤਾਂ ਹੀਰੋ ਬਣਦੀ ਨਹੀਂ ਤੁਹਾਡੀ। ਅਫਜ਼ਲ ਗੁਰੂ ਇੱਕ ਦਿਨ 'ਚ ਹੀ ਤੁਹਾਡਾ ਹੀਰੋ ਬਣ ਜਾਂਦਾ। ਮੇਰਾ ਮੁੱਦਾ ਇਸ ਗੱਲ ਤੇ ਹੈ ਵੀ ਜਿਹੜੇ ਬੰਦੇ ਆਮ ਲੋਕਾਂ ਲਈ ਲੜ ਰਹੇ ਆ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ, ਪਾਕਿਸਤਾਨ ਮੁਸਲਿਮ ਮੁਲਕ ਆ, ਉੱਥੇ ਇੱਕ ਗਵਰਨਰ ਤਸੀਰ ਇੱਕ ਹਿਊਮਨ ਰਾਈਟਸ ਲਈ ਮਿਲਣ ਜਾਂਦਾ, ਉਹਦਾ ਕਤਲ ਇਸ ਕਰਕੇ ਹੋ ਜਾਂਦਾ ਵੀ ਕਿਉਂਕਿ ਉਹ ਹਿਊਮਨ ਰਾਈਟਸ ਦੀ ਗੱਲ ਕਰਦਾ। ਉਹਨੇ ਇਹ ਗੱਲ ਕਹੀ ਸੀ ਵੀ ਕੁਫਰ ਦਾ ਕਾਨੂੰਨ ਤੁਸੀਂ ਯਾਰ ਖਤਮ ਭਵਾਂ ਨਾ ਕਰੋ, ਇਹਨੂੰ ਪੂਰਾ ਮਾਈਲਡ ਤਾਂ ਕਰ ਲਓ। ਇੱਕ ਗਨਮੈਨ ਉਹਨੂੰ ਮਾਰ ਦਿੰਦਾ ਤੇ 500 ਵਕੀਲ ਉਹਦੇ ਹੱਕ ਵਿਰੋਧ 'ਚ ਖੜਦੇ, ਉਹਦੇ ਹੱਕ 'ਚ ਕੋਈ ਵੀ ਨਹੀਂ ਖੜਦਾ। जी तकेंदर किरमानी जी आप क्या कहना चाहेंगे? जी देखिए ये बात कोई पाकिस्तान को ड्रैग न करे, मैंने पाकिस्तान को कहीं ड्रैग नहीं नहीं किया। जो उनका आर्ग्यूमेंट है, उनके आर्ग्यूमेंट को मैं जरा बिल्कुल स्ट्रेट कर देता हूं। वो कहते हैं कि जहां पर सोशल जस्टिस के सवाल हैं या सोशल जस्टिस के लिए लड़ रहे और लोग हैं, आप लोग उनके साथ अपने आप को आइडेंटिफाई करने की बजाय सिर्फ अफजल के साथ ही क्यों आइडेंटिफाई करते हैं? अगर आप उन दूसरे लोगों के साथ भी कभी आइडेंटिफाई करते हैं तो वो भी बताइए। हेल्प इट, कश्मीर हैज अ माइंडसेट। वो अपने आप को हमेशा ये, इवन उमर अब्दुल्ला चीफ मिनिस्टर J&K स्टेट ने कहा कि लोग अफजल के साथ अपने आप को आइडेंटिफाई करेंगे एंड आई कैन नॉट हेल्प इट, इट इज हिज सेइंग। जी वो एक चीफ मिनिस्टर हो के कि ये माइंडसेट है कश्मीर में, ये एक एस्पिरेशन है, यू कैन नॉट किल एन एस्पिरेशन। जी जी आपकी बात बिल्कुल स्पष्ट होगी। कटारिया जी आखिरी सवाल मैं पूछना चाहना कि ਸਾਡੇ ਪ੍ਰਧਾਨ ਮੰਤਰੀ ਨੇ ਵੀ ਇਹ ਕਹਿਤਾ ਕਿ ਗ੍ਰਹਿ ਮੰਤਰਾਲੇ ਨੇ ਜਿਸ ਤਰੀਕੇ ਨਾਲ ਸਾਰੀ ਕਾਰਗੁਜ਼ਾਰੀ ਨੂੰ ਇਲਜ਼ਾਮ ਦਿੱਤਾ ਉਹਦੇ ਤੇ ਅਫਸੋਸ ਹੈ, ਕਿਉਂਕਿ ਉਹਦੇ ਪਰਿਵਾਰ ਨੂੰ ਮੌਕੇ ਸਿਰ ਇਤਲਾਹ ਦੇਣੀ ਚਾਹੀਦੀ ਸੀਗੀ ਤੇ ਜਿਹੜੇ ਬਾਕੀ ਮਸਲੇ ਨੇ ਉਹਨਾਂ ਨੂੰ ਠੀਕ ਢੰਗ ਨਾਲ ਕਹਿਣਾ ਚਾਹੀਦਾ ਸੀ। ਇਸ ਵੇਲੇ ਜਿਹੜੇ ਦੋ ਸਵਾਲ ਨੇ ਕਿ ਇੱਕ ਤਾਂ ਇਹ ਹੈ ਕਿ ਪਰਿਵਾਰ ਨੂੰ ਲਾਸ਼ ਦਿੱਤੀ ਜਾਵੇ, ਦੂਜਾ ਇਹ ਹੈ ਕਿ ਵੀ ਉੱਥੇ ਜਾ ਕੇ ਉਹਨਾਂ ਨੂੰ ਫਾਤਿਹਾ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਵੇ। ਤੁਸੀਂ ਕੀ ਕਹਾਂਗੇ ਆਪਣੀ ਪਾਰਟੀ ਵੱਲੋਂ? मैं ये कहना चाहता हूं कि हम कश्मीर को प्यार करते हैं, वहां के लोगों को प्यार करते हैं, लेकिन शक तब बनते हैं कि जब यासीन मलिक बजाय इसके कि अगर उसको दुख प्रकट करना था या बैठना था कहीं दिल्ली पे आके बैठता, वहां पर अपना रोष प्रकट करता, वो जाके पाकिस्तान में हाफिज सईद की गोदी में जाकर बैठ गया और वहां पर उसने अपना राग अल्पाना शुरू किया। इससे हिंदुस्तान के नौजवानों के अंदर एक गलत सिग्नल जाता है। हाँ, मैं इतना चाहता हूं कि भी फातिहा पढ़ने की वहां पर उनको इजाजत मिलनी चाहिए। और आफ्टर ऑल हमारा ये भी मानना है कि अफजल जो था वो इस देश का ही नागरिक था जी, लेकिन जो उसने दुष्कृत्य किया वो इतना बड़ा था कि उसके लिए उसको माफ करना बहुत बड़ी गलती जी। आपका नुक्ता बिल्कुल स्पष्ट हो गया। कामरान जी, एक जो बात पिछले दिनों से बार बार आ रही है खासतौर पे जासिन मलिक के हवाले से कि जासिन मलिक पाकिस्तान में गए हैं, वहाँ पर जो उन्होंने भूख हड़ताल की उसमें आकर हाफिज सईद भी शामिल हुए। इससे हिंदुस्तान में ये सिग्नल जाता है कि जो सेपरेटिस्ट मूवमेंट है वो उन लोगों के साथ एसोसिएट करती है अपने आप को जो हिंदुस्तान में टेररिस्ट एक्टिविटी के लिए जाने जाते हैं। कटारिया साहब से कहिए कि मैं कश्मीर में 23 ईयर से रिपोर्ट कर रहा हूँ जी। यासीन मलिक ने 93 में गन छोड़ा जी। 94 से वो एक डेमोक्रेटिक नॉन वायलेंट मूवमेंट चला रहा है कश्मीर में, डिस्पाइट द फैक्ट दैट हिज मोर देन 500 बॉयज हैव बीन किल्ड बाय सिक्योरिटी फोर्सेस, तब भी उसने गन नहीं उठाई जी। वो आज एक निजी विजिट पे, एक प्राइवेट विजिट पे पाकिस्तान गया जी। वो सड़क पे भूख हड़ताल पे था, ही वाज ऑन द रोड साइड, ही वाज जॉइंड बाय थाउजेंड्स ऑफ पीपल इंक्लूडिंग हाफिज सईद जी। 5 या 10 मिनट उसने सड़क पे अपीयरेंस दी उसके साथ, दैट डज नॉट मीन कि उसने उसके साथ कोई साजबाज की जी। और वैसे भी यासीन ने ये सारी बात साफ कर दी है कि वो अचानक वहां पर आ गया जी। कामरान जी, आप हमारे साथ जुड़े, मुझे लगता है कि मैंने आपको फेयर चांस दिया है कि अपनी बात कहने का। आपका बहुत बहुत धन्यवाद। ਤੁਸੀਂ ਵੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਅਸੀਂ ਸਾਰੀ ਦਲੀਲ ਨੂੰ ਭਾਵਨਾਵਾਂ ਦੇ ਵੇਗ ਵਿੱਚ ਬੰਨਣ ਦਾ ਉਪਰਾਲਾ ਕਰਦੇ ਹਾਂ ਤਾਂ ਬੇਭਰੋਸਗੀ ਦਾ ਵਧਣਾ ਤੈਅ ਹੋ ਜਾਂਦਾ ਹੈ। ਇਸ ਵੇਲੇ ਪੇਸ਼ ਕੀਤੀਆਂ ਜਾ ਰਹੀਆਂ ਸਾਰੀਆਂ ਦਲੀਲਾਂ ਨੂੰ ਅੰਨੀ ਦੇਸ਼ ਭਗਤੀ ਦੇ ਬੋਝ ਨਾਲ ਰੱਦ ਕਰਨਾ ਸੁਖਾਲਾ ਹੈ, ਪਰ ਇਸ ਨਾਲ ਕੁਝ ਸਵਰਨਾ ਨਹੀਂ। ਜੇ ਕੁਝ ਸਮਝਣਾ ਸਵਰਨਾ ਹੈ ਤਾਂ ਪੱਲਾ ਦਲੀਲ ਦਾ ਫੜਨਾ ਹੋਏਗਾ। ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਦੇ ਜਵਾਬ ਹਾਂ ਜਾਂ ਨਾ ਵਿੱਚ ਹੋਣ, ਪਰ ਕੁਝ ਫਿਕਰਿਆਂ ਨੂੰ ਫੜ ਕੇ ਇਹਨਾਂ ਨਾਲ ਸਭ ਕੁਝ ਸੁਲਝਾਉਣ ਦਾ ਉਪਰਾਲਾ ਨਾ ਹੀ ਕੀਤਾ ਜਾਏ ਤਾਂ ਚੰਗਾ ਹੈ। ਇਸ ਨਾਲ ਸ਼ਾयद मीडिया नालों सनसनी दा लकब हट जाए। नमस्कार। खबरों की दुनिया में आइए,
हमारे साथ कहीं भी और कभी भी जुड़िए। हम मिलेंगे फेसबुक पर, हम दिखेंगे यूट्यूब पर, हमें फॉलो कीजिए ट्विटर पर। खबरों के साथ बने रहिए रात दिन।